ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਵਾਰ ਇੱਕ ਮਹਾਪੁਰਸ਼ ਸਨ ਤੇ ਉਹਨਾਂ ਦੇ ਸਰੀਰ ਤੇ ਨਿੱਕਾ ਕੋੜ ਹੋ ਗਿਆ। ਜਿੱਥੇ ਖਾਰਿਸ਼ ਕਰਨੀ ਉੱਥੋਂ ਲਹੂ ਸਿਮਣਾ। ਸਰੀਰ ਤੇ ਕੱਪੜਾ ਵੀ ਨਹੀਂ ਸੀ ਪਾਇਆ ਜਾਂਦਾ, ਜਿਸ ਕਾਰਨ ਪਰਨਾ ਜਿਹਾ ਲਪੇਟ ਕੇ ਰੱਖਦੇ ਸਨ। ਮਹਾਂਪੁਰਖਾਂ ਦਾ ਨੇਮ ਇੰਨਾ ਸੀ ਨਾ, ਕਮਾਈ ਇਤਨੀ ਕਿ ਇੱਕ ਚੌਂਕੜੀ ਤੇ 10-10 ਪਾਠ ਸੁਖਮਨੀ ਸਾਹਿਬ ਦੇ ਸੁਣਦੇ। ਕਈ ਵਾਰ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਮਹਾਂਪੁਰਸ਼ੋ, ਤੁਹਾਡੀ ਇੰਨੀ ਕਮਾਈ ਪਰ ਇਹ ਸਰੀਰ 'ਤੇ ਨਿੱਕਾ ਕੋੜ ਕਿਉਂ? ਮਹਾਂਪੁਰਸ਼ਾਂ ਨੇ ਗੱਲ ਨੂੰ ਟਾਲ ਜਾਣਾ। ਇੱਕ ਦਿਨ ਇੱਕ ਸੇਵਕ ਨੇੜੇ ਦਾ ਸੀ, ਖਹਿੜੇ ਪੈ ਗਿਆ ਕਿ ਤੁਹਾਡੀ ਇੰਨੀ ਬੰਦਗੀ ਹੋਣ ਦੇ ਬਾਵਜੂਦ ਇਸ ਸਰੀਰ 'ਤੇ ਨਿੱਕੇ ਕੋੜ ਦਾ ਕਾਰਨ ਕੀ ਹੈ? ਮੇਰੀ ਸ਼ਰਧਾ ਵਿੱਚ ਤਰੇੜ ਆ ਗਈ, ਇਸ ਲਈ ਤੁਸੀਂ ਜ਼ਰੂਰ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ। ਮਹਾਂਪੁਰਸ਼ ਕਹਿਣ ਲੱਗੇ ਕਿ ਤੂੰ ਜ਼ਰੂਰ ਪੁੱਛਣਾ ਚਾਹੁੰਦਾ ਹੈ ਤਾਂ ਆ ਤੈਨੂੰ ਰਮਜ ਦੀ ਗੱਲ ਦੱਸੀਏ। ਉਹਨਾਂ ਦੱਸਿਆ, ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ। ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ। ਚੰਗਾ ਲੰਬਾ ਉੱਚਾ ਜਵਾਨ, ਮਾਇਆ ਵੀ ਬਹੁਤ ਸੀ। ਹਰ ਵੇਲੇ ਦਿਮਾਗ 'ਤੇ ਮਾਇਆ ਦਾ, ਅਹੁਦੇ ਦਾ ਅਤੇ ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ। ਹਰ ਵੇਲੇ ਹੱਥ ਵਿੱਚ ਇੱਕ ਡਾਂਗ ਵੀ ਰੱਖਣੀ। ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰੇ ਜਾ ਰਹੇ ਸੀ ਕਿ ਅੱਗੇ ਇੱਕ ਕੁੱਤਾ ਆ ਗਿਆ, ਜਿਸ ਨੂੰ ਖੁਰਕ ਪਈ ਹੋਈ ਸੀ। ਜਵਾਨੀ ਦਾ, ਮਾਇਆ ਦਾ, ਅਹੁਦੇ ਦਾ ਨਸ਼ਾ ਇੰਨਾ ਸੀ ਕਿ ਕੁੱਤੇ ਨੂੰ ਜ਼ੋਰ ਨਾਲ ਡਾਂਗ ਮਾਰੀ। ਰੱਬ ਦੀ ਕਰਨੀ, ਕੁੱਤਾ ਉੱਥੇ ਹੀ ਅਕਾਲ ਚਲਾਣੇ ਕਰ ਗਿਆ। ਜਦੋਂ ਅਗਲਾ ਜਨਮ ਮਿਲਿਆ ਤਾਂ ਨਿਰੰਕਾਰ ਵੱਲੋਂ ਸਾਨੂੰ ਉਸ ਕੁੱਤੇ ਨੂੰ ਬਗੈਰ ਉਹਦੇ ਜੋ ਪ੍ਰਾਣ ਹਰਨ ਤੋਂ ਮਾਰਨ ਦੀ ਸਜ਼ਾ ਮਿਲੀ। ਜਿੰਨਾ ਚਿਰ ਉਸ ਕੁੱਤੇ ਨੂੰ ਖੁਰਕ ਭੋਗਣੀ ਸੀ, ਉਹਨਾਂ ਚਿਰ ਸਾਨੂੰ ਸਰੀਰ 'ਤੇ ਕੋੜ ਭੁਗਤਣਾ ਪਵੇਗਾ। ਮਹਾਂਪੁਰਸ਼ ਨੇ ਦੱਸਿਆ, ਸਾਨੂੰ ਕੋੜ ਹੋ ਗਿਆ। ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅਗਾਂਹ ਚਲਾ ਗਿਆ। ਕਈ ਵਾਰ ਸਾਡੀਆਂ ਅਰਦਾਸਾਂ ਨਾਲ ਕਸ਼ਟ ਅੱਗੇ ਚਲਾ ਜਾਂਦਾ। ਸਾਡਾ ਤੀਸਰਾ ਜਨਮ ਹੋਇਆ, ਫਿਰ ਉਹ ਕਸ਼ਟ ਆਇਆ। ਫਿਰ ਅਸੀਂ ਅਰਦਾਸ ਕੀਤੀ, ਕਸ਼ਟ ਫਿਰ ਅਗਾਂਹ ਚਲਾ ਗਿਆ। ਚੌਥਾ ਜਨਮ ਮਿਲਿਆ ਤਾਂ ਫਿਰ ਇਹ ਤਕਲੀਫ ਆਈ। ਫਿਰ ਅਰਦਾਸ ਕੀਤੀ, ਕਸ਼ਟ ਤਾਂ ਅਗਾਂਹ ਚਲਾ ਗਿਆ, ਪਰ ਨਾਲ ਵਿਆਜ ਵੀ ਪੈਂਦਾ ਗਿਆ। ਹੁਣ ਸਾਡਾ ਇਹ 5ਵਾਂ ਜਨਮ ਚੱਲ ਰਿਹਾ ਅਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸ਼ਟ ਸਾਡੇ ਸਰੀਰ 'ਤੇ ਆਇਆ। ਸੇਵਕ ਕਹਿਣ ਲੱਗਾ, ਮਹਾਂਪੁਰਸ਼ੋ, ਹੁਣ ਵੀ ਅਰਦਾਸ ਕਰ ਲਓ ਤਾਂ ਕਿ ਕਸ਼ਟ ਅਗਾਂਹ ਚਲਾ ਜਾਵੇ। ਮਹਾਂਪੁਰਸ਼ ਕਹਿਣ ਲੱਗੇ, ਇਹ ਸਾਡਾ ਅਖੀਰਲਾ ਜਾਮਾ ਹੈ। ਹੁਣ ਇਸ ਜਾਮੇ ਵਿੱਚ ਸਾਰਾ ਖਾਤਾ ਨਿਲ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਜਾਣਾ। ਕੁਝ ਚਿਰਾਂ ਬਾਅਦ ਉਹਨਾਂ ਦਾ ਸਰੀਰ ਜੋ ਸੀ ਕੋੜ ਰਾਜੀ ਹੋ ਗਿਆ ਅਤੇ ਉਹ ਬਿਲਕੁਲ ਮਹਾਂਪੁਰਸ਼ਾਂ ਵਾਂਗ ਸਰੀਰ 'ਤੇ ਆ ਗਿਆ। ਕਈ ਵਾਰ ਆਪਾਂ ਵੇਖਦੇ ਹਾਂ ਕਿ ਕਈ ਬੜੇ ਨੇਮੀ ਧਰਮੀ ਹੁੰਦੇ ਹਨ, ਪਰ ਉਹਨਾਂ ਦੇ ਸਰੀਰ 'ਤੇ ਬੜੇ ਕਸ਼ਟ ਆਉਂਦੇ ਹਨ। ਅਸੀਂ ਆਪ ਕਹਿ ਦਿੰਦੇ ਹਾਂ ਕਿ ਸਰੀਰ ਇੰਨੀ ਬੰਦਗੀ ਕਰਦਾ ਹੈ, ਫਿਰ ਵੀ ਇਸ ਦੇ ਸਰੀਰ 'ਤੇ ਇੰਨੇ ਕਸ਼ਟ ਕਿਉਂ ਆ ਰਹੇ ਨੇ? ਇਸ ਦਾ ਕਾਰਨ ਇਹੀ ਹੁੰਦਾ ਹੈ, ਮਹਾਂਪੁਰਸ਼ਾਂ ਦੀ ਗਾਥਾ ਤੋਂ ਆਪਣੇ ਲਈ ਸੇਧ ਲੈਣਾ ਕਿ ਜੇ ਖੁਰਕ ਪਏ ਕੁੱਤੇ ਨੂੰ ਸੋਟੀ ਮਾਰਨ ਕਰਕੇ ਸਰੀਰ 'ਤੇ ਅਕਸ਼ਟ ਭੁਗਤਣਾ ਪਿਆ, ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਲੇਖਾ ਦੇਣਾ ਪਵੇਗਾ। ਜੇ ਅਸੀਂ ਕਿਤੇ ਕਿਸੇ ਨੂੰ ਨਜਾਇਜ਼ ਦੁੱਖ ਦਿੰਦੇ ਹਾਂ ਤਾਂ ਲੇਖਾ ਦੇਣਾ ਹੀ ਪਵੇਗਾ। ਜੇ ਕੋਈ ਨੂੰਹ ਸੱਸ ਨੂੰ ਨਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਲੇਖਾ ਦੇਣਾ ਹੀ ਪਵੇਗਾ। ਜੇ ਸੱਸ ਨੂੰ ਨਜਾਇਜ਼ ਦੁਖੀ ਕਰਦੀ ਹੈ ਤਾਂ ਉਸ ਨੂੰ ਵੀ ਲੇਖਾ ਦੇਣਾ ਪਵੇਗਾ। ਇੱਕ ਗੱਲ ਯਾਦ ਰੱਖਿਓ, ਹਮੇਸ਼ਾ ਕਿਸੇ ਅਹੁਦੇ ਦਾ ਨਸ਼ਾ ਜਾਂ ਮਾਇਆ ਦਾ ਨਸ਼ਾ ਗਰੀਬ ਮਾਰ ਕਦੀ ਨਾ ਕਰਿਓ, ਕਿਉਂਕਿ ਇਨ੍ਹਾਂ ਨਸ਼ਿਆਂ ਵਿੱਚ ਬੰਦਾ ਅੰਨਾ ਹੋ ਜਾਂਦਾ। ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਮਾੜੇ ਕੰਮ ਕਰ ਰਿਹਾ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ, ਭੁੱਲ ਜਾਂਦਾ ਹੈ ਕਿ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ। ਇੱਥੋਂ ਆਪਣੇ ਲਈ ਇੱਕ ਸੇਧ ਲੈਣਾ, ਤੁਹਾਡੇ ਕੋਲ ਵੀ ਅਹੁਦੇ ਹਨ। ਤੁਸੀਂ ਵੀ ਕਿਸੇ ਨਾ ਕਿਸੇ ਛੋਟੇ ਜਾਂ ਵੱਡੇ ਦਾਇਰੇ ਵਿੱਚ ਕਿਸੇ ਨਾ ਕਿਸੇ ਅਹੁਦੇ 'ਤੇ ਮਾਲਕ ਹੋ। ਆਪਣੇ ਅੰਦਰ ਜ਼ਰੂਰ ਝਾਤੀ ਪਾਇਓ, ਕਿਧਰੇ ਤੁਸੀਂ ਵੀ ਆਪਣੇ ਅਹੁਦੇ ਦੇ ਜੋ ਤੁਹਾਡੀ ਹਉਮੈ ਵਿੱਚ ਗਰੀਬ ਮਾਰ ਤਾਂ ਨਹੀਂ ਕਰ ਰਹੇ। ਜੇ ਕਰ ਰਹੇ ਹੋ ਤਾਂ ਬਚ ਕੇ ਰਹੋ। ਗਰੀਬ ਮਾਰ ਭਾਵੇਂ ਕਿਸੇ ਇਨਸਾਨ ਦੀ ਹੋਵੇ, ਪਸ਼ੂ ਪੰਛੀ ਦੀ ਹੋਵੇ, ਲੇਖਾ ਦੇਣਾ ਹੀ ਪੈਣਾ ਬੰਦੇ ਨੂੰ। ਪਸ਼ੂ ਪੰਛੀ ਦੀ ਹਾਲ ਪਹਿਲੇ ਲੱਗਦੀ ਹੈ। ਜੇ ਕੋਈ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰ ਕਰ ਰਿਹਾ ਤਾਂ ਹਵਸ ਜੋ ਲੱਗੇਗੀ। ਬਚ ਕੇ ਰਹਿਣਾ ਬਸ ਆਪਾਂ ਇਸ ਤੋਂ। ਕਿਸੇ ਦੀ ਲੱਗੀ ਹੋਏ ਹਾਏ ਕਿਧਰੇ ਅਗਲੇ ਜਨਮ ਦਾ ਬੱਜਰ ਪਾਪ ਨਾ ਬਣ ਜਾਵੇ। ਕਦੀ ਗੱਲ ਨੋਟ ਕਰੀਏ, ਕਈਆਂ ਦੀ ਔਲਾਦ ਬੜੀ ਦੁਖੀ ਕਰਦੀ ਹੈ, ਜਦਕਿ ਕਈਆਂ ਦੀ ਔਲਾਦ ਬੜੀ ਨੇਕ ਅਤੇ ਸੁੱਖ ਦੇਣ ਵਾਲੀ ਹੁੰਦੀ ਹੈ। ਇਹ ਵੀ ਪਿਛਲੇ ਲੇਖੇ ਹੁੰਦੇ ਹਨ। ਕਈ ਕਹਿ ਦਿੰਦੇ ਨੇ, ਮੈਂ ਘਰ ਵਾਲੇ ਤੋਂ ਦੁਖੀ ਹਾਂ, ਕੋਈ ਆਪਣੀ ਘਰਵਾਲੀ ਤੋਂ ਦੁਖੀ ਹੈ। ਕਈ ਸਰੀਰ ਕਹਿੰਦੇ ਨੇ ਧਰਤੀ 'ਤੇ ਆਏ ਆ ਅਤੇ ਕੋਈ ਸੁੱਖ ਨਹੀਂ। ਇਹੋ ਜਿਹਾ ਬੀਜਿਆ ਹੁੰਦਾ ਹੈ ਕਿ ਉਹ ਵੱਢਣਾ ਹੀ ਪੈਂਦਾ। ਇਹ ਸਭ ਪਿਛਲਾ ਜਨਮ ਚੱਲਿਆ ਆ ਰਿਹਾ। ਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਤੂੰ ਕਦੀ ਪਾਪ ਨਾ ਕਰ। ਤੂੰ ਜੋ ਤੈਨੂੰ ਦਿਖਦਾ ਪਿਆ, ਜੇ ਤੈਨੂੰ ਪਤਾ ਇਹ ਚੀਜ਼ ਗਲਤ ਹੈ, ਤਾਂ ਕਦੀ ਵੀ ਨਾ ਕਰ।
माता पिता इस्त्री पुत्र मित्र संबंधी सब पिछले जन्मां दे संयोगा करके मिल रहे हैं। भाव कि अपने ही कीते कर्मां करके कोई सुख भोग रहा है तो कोई दुख भोग रहा है, कोई अमीर है तो कोई गरीब है। पर सर्व सृष्टि के मालक धन गुरु अर्जन देव पातशाह जी के मिठे बोलड़े सुभाਅ, दयालु हिरदे तो कुर्बान जाइए, जिन्हों ने ऐसी मिठी बाणी सुखमनी साहिब बख्श दी आपां नूं। जे इसका आसरा लै लीए तो यह रेख विच मेख भी मार देंदी है। ये ठीक है कि लेख मिटदे नहीं, पर जिहड़ा सुखमनी साहिब की बाणी का प्रेम नाल अपना पूरा उन्होंने पढ़ेगा, जिहड़ा सुखमनी साहिब जी दे लड़ फड़े, गुरु अपनी बख्शीश करके उसके कर्मां नूं सुपने विच कट देंदे ने, सूली का भी कंडा बना कर देंदे ने। एक भाई वीर सिंह जी के बचन हैं, करम नहीं मिटदे पर करम लिखण वाला लिखत उत्ते लकीर फेर सकदा है। करम आप फलदायक नहीं हुंदे, कर्मां दा फल प्रभ जो वाहिगुरू है ना वो है। कर्मां ते रब्बी बख्शीश हावी हुंदी है। जे कोई सुखमनी साहिब दी बाणी दा सिदक ते भरोसे नाल लड़ फड़े ना, तन मन गुरु दे अर्पण करे, गुरु दी संगत दे जोड़े झाड़े, तां कीते होए लेख भी मिट सकदे ने। जे मिटन ही ने ना ये, जे अपने हुण कर्म जे अपन पता है भी ये ठीक हो सकते हैं, फिर क्यों नहीं आपां गुरु दे लड़ लगदे। बस लोड़ है गुरु नूं मनाउण दी, उसकी बख्शीश लैण दी। जांच आपां नूं किवें आएगी? जदों आपां गुरु दे लड़ लगांगे। उसकी बख्शीश सब कुछ कर सकती है, सारे लेख मिटा सकती है, सारे दुख हर सकती है। जिस उत्ते गुरु बख्शीश कर देवे उसका लेखा पढ़िया नहीं जाता, पाड़ दिता जाता है। किधरे अंदर शंका ना पैदा हो जाए, मन नूं यकीन हो जाए। गुरु नानक साहिब जी के समय भी यही वार्ता का एक गल का सबूत है। जदों गुरु नानक साहिब नूं 4 ठग मिल गए, उन्हें आख्या असी लुटेरे हाँ, तुहानूं लुटना है, पर साडा एक असूल है, लुटन तो पहला असी उन्हां दे जो प्राण ने ना वो हर लेने। दीन दुनिया के मालक गुरु नानक पातशाह उन्हां दी अख पहचान ना सके। उन्होंने ऐसी भी आम ही कोई इंसान है। सतगुरु कहन लगे भी सानू मंजूर है, पर साडी एक गल मान लो, क्योंकि सानू अपने प्राण हरन का कोई डर नहीं, बेशक हुणे लै लो, पर जे साडियां तुसी इदां हाँ एवें रख दित्तियां ते इत्थे ते फिर राजे नूं 100 मिल गई, उन्हें कोई ना कोई सबूत लभ के तुहानूं फड़ लेना ते तुहानूं भी फिर सज़ा हो जानी है। इसलिए पहलां अग का इंतजाम कर लो, साडे फिर प्राण हरिओ, बाद विच शरीरां दा संस्कार कर देना। ठग्गां ने पुछया भी असी जंगल विचों अग कित्थों लभी है? तो सतगुरु जी ने अपनी उंगल का इशारा करके कहन लगे उस सामने वो वेखो एक चिखा जल रही है, उत्थे थोड़ी जी अग लै आओ। 2 ठग उत्थे खड़े हो गए, 2 ठग अपने उत्थे अग लैन चले गए। उत्थे जाके देखा कि एक जीव आत्मा नूं जम बुरी तरह मार रहे सन, कुट कटापा कर रहे सन। देखदियां ही देखदियां उत्थे 2 जने देवते आ गए पालकी लैके। जमां नूं कहन लगे इस जीव आत्मा नूं तुसीं छड्ड दिओ, उसनूं पालकी विच बिठा के ते सत्कार नाल दरगाह विच लै जाना। जाम कहन लगे भी जीव आत्मा ने कोई भला कर्म नहीं किया, धर्मराज का हुक्म है, इसनूं इसे तरह कुट कुट के लैके आना, पटक पटक के सजावां दिओ ते तुसीं आ गए पालकी लैके, जरूर तुहानूं कोई भुलेखा लग्या। एक गल याद रखियो, माड़े कर्म करन वालियां नूं जम लैण आउंदे ने ते चंगे कर्म करन वालियां नूं देवते, पर तुसीं इन्हां दोवां तों उत्ते उठना। जिवें किला भंगियां वाले माता जी बचन करदे सन, कलगियां वाले मैनू दर्शन ना देवी, क्योंकि मेरी इन्नी अवस्था नहीं कि मैं तेरे प्रतख दर्शन चल सकां, पर मेरे ते किरपा करी। मेरी बेनती है कि अखीरले वेले जम मैनू लैण आउण, ना देवते लैण आउण, तू आप लैण आवीं। प्यार भी गुरु नाल ऐसा होना चाहिए। हुण ध्यान दिए जो कि साडा पिता किन्ना वड्डा है, किन्ना समर्थ है, उसकी बख्शीश किन्नी वड्डी है। वो देवते कहन लगे तुसीं ठीक कहंदे हो, जो ये जीव आत्मा ने कोई भला कर्म नहीं किया, पर निरंकार दा रूप नानक जो धरती ते आए ने, उन्हां दी किसी मौज विच अचनचेत विच इसकी चिखा वाल उंगल हो गई है, जिसका सदका इसके सारे पाप सड़ गए ने। यह है बख्शीश, इशारा समझिए। इसकी गुरबाणी नाल सांझ पै गई, जिसकी वाहिगुरू नाल सांझ पै गई, सुखनी साहब दा लड़ फड़ के भरोसे नाल विश्वास नाल जो अगे वधदा जाएगा, उहदा हर माड़ा लेख गुरु नूं मिटाउणा पवेगा। कोई भी माड़ा लेख भावें घर दे कलेश होण, भावें गरीबी या कोई भी किसी दी औलाद जो दी आखे ना लगदी होवे, पक्की गल है जे किधरे आपां पूरा मनो तनो हो के सुखनी साहब दा पाठ करांगे तां आपे ही सारा कुछ दूर हो जाएगा ते सिर्फ वाहिगुरू दा नाम रहेगा ते सौखी सौख आएगा। साडे जो मंदे लेख ने वो भी मिट जाणगे।
ਮਾੜੇ ਕਰਮ ਫਿਰ ਆਪਾਂ ਕਰਾਂਗੇ ਹੀ ਨਹੀਂ, ਕਿਉਂਕਿ ਸੋਝੀ ਆ ਜਾਏਗੀ। ਫਿਰ ਆਓ ਅੱਜ ਤੋਂ ਆਪਾਂ ਸੁਖਮਨੀ ਸਾਹਿਬ ਜੀ ਦਾ ਪੱਲਾ ਫੜੀਏ, ਉਹਦਾ ਲੜ ਫੜੀਏ ਅਤੇ ਆਪਣੇ ਅੰਦਰ ਉਹ ਵਾਹਿਗੁਰੂ ਨੂੰ ਵਸਾ ਲਈਏ, ਅਤੇ ਫਿਰ ਹਰ ਪਾਸੇ ਸੁੱਖ ਹੀ ਸੁੱਖ ਹੋਣਗੇ।